ਡਾਕਟਰ ਸ਼ਾਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ ਦਾ ਅਗਲਾ ਭਾਗ ਹੈ ਸੁਭਾਅ ਤੇ ਵਿਹਾਰ। ਇੱਕ ਛੋਟੀ ਜਿਹੀ ਗੱਲ ਕਿ ਇੱਕ ਆਦਮੀ ਦੀ ਕਾਰ ਦੇ ਇੱਕ ਪਹੀਏ ਦੇ ਚਾਰੇ ਪੇਚ ਖੁੱਲ ਗਏ, ਪਹੀਆ ਉਤਰ ਗਿਆ। ਇਤਫਾਕ ਨਾਲ ਕਾਰ ਪਾਗਲਖਾਨੇ ਦੇ ਸਾਹਮਣੇ ਖਰਾਬ ਹੋਈ। ਉਹ ਸੋਚ ਵਿੱਚ ਪੈ ਗਿਆ ਕਿ ਕੀ ਕਰੇ। ਇੱਕ ਆਦਮੀ ਨੇ ਆ ਕੇ ਪੁੱਛਿਆ ਕਿ ਕੀ ਮੈਂ ਤੇਰੀ ਮਦਦ ਕਰ ਸਕਦਾ। ਕਾਰ ਦੇ ਮਾਲਿਕ ਨੇ ਕਿਹਾ, ਇਹ ਤੇਰੀ ਅਕਲ ਤੋਂ ਬਾਹਰ ਦੀ ਗੱਲ ਹੈ, ਪਾਗਲ ਕਿਤੋਂ ਦਾ, ਹਟ ਪਰਾਂ। ਤਾਂ ਉਹ ਪਾਗਲ ਚਲਾ ਗਿਆ। ਪਰ ਕਾਰ ਦੇ ਮਾਲਕ ਦੀ ਸਮੱਸਿਆ ਹੱਲ ਹੋਣ ਵਿੱਚ ਨਹੀਂ ਆ ਰਹੀ ਸੀ। ਉਹੀ ਪਾਗਲ ਇੱਕ ਵਾਰ ਫੇਰ ਘੁੰਮਦਾ ਘੁਮਾਉਂਦਾ ਨਿਕਲਿਆ ਤੇ ਆਪਣੀ ਸਹਾਇਤਾ ਲਈ ਉਹਨੇ ਫੇਰ ਪੁੱਛਿਆ। ਕਾਰ ਦੇ ਮਾਲਕ ਨੇ ਸੋਚਿਆ ਕਿ ਦੱਸਣ 'ਚ ਹਰਜ ਵੀ ਕੀ ਹੈ, ਦੱਸ ਦਿੱਤਾ। ਸੁਣ ਕੇ ਪਾਗਲ ਆਦਮੀ ਨੇ ਕਿਹਾ, ਲਿਓ, ਇਸ 'ਚ ਪਰੇਸ਼ਾਨੀ ਦੀ ਕੀ ਗੱਲ ਹੈ, ਤੁਸੀਂ ਬਾਕੀ 3 ਪਹੀਆਂ ਦਾ ਇੱਕ ਇੱਕ ਪੇਚ ਕੱਢ ਕੇ ਚੌਥੇ 'ਚ ਪਾ ਦਿਓ, ਫਿਰ ਕਿਸੇ ਮਕੈਨਿਕ ਕੋਲ ਜਾ ਕੇ ਸਾਰੇ ਪਹੀਆਂ 'ਚ ਇੱਕ ਇੱਕ ਪੇਚ ਪਵਾ ਲੈਣਾ। ਕਾਰ ਦਾ ਮਾਲਕ ਸੱਚਮੁੱਚ ਖੁਸ਼ ਹੋਇਆ ਤੇ ਹੈਰਾਨ ਵੀ। ਓਹੋ, ਇਹ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਆਇਆ। ਪਾਗਲ ਨੇ ਕਿਹਾ, ਭਾਈ ਸਾਹਿਬ, ਮੈਂ ਪਾਗਲ ਜ਼ਰੂਰ ਹਾਂ, ਬੇਵਕੂਫ ਨਹੀਂ। ਪ੍ਰਸ਼ਨ ਪਾਗਲ ਤੇ ਬੇਵਕੂਫ 'ਚ ਅੰਤਰ ਦਰਸਾਉਣ ਦਾ ਨਹੀਂ ਹੈ ਤੇ ਨਾ ਹੀ ਕਿਸੇ ਇੱਕ ਨੂੰ ਬਿਹਤਰ ਦੱਸਣ ਦਾ ਹੈ। ਸਮਾਜ ਵਿੱਚ ਮਾਨਤਾ ਦੋਹਾਂ ਨੂੰ ਹੀ ਨਹੀਂ ਹੈ। ਪ੍ਰਸ਼ਨ ਹੈ ਮਾਨਤਾ ਪ੍ਰਾਪਤ ਕਾਰਜ ਕਿਰਿਆ ਦਾ। ਸਵਾਲ ਉਸ ਸੁਭਾਅ ਦਾ ਹੈ ਜਿਹਨੂੰ ਪਸੰਦ ਕੀਤਾ ਜਾਂਦਾ ਹੈ, ਸਰਾਹਿਆ ਜਾਂਦਾ ਹੈ। ਗਲਤ ਠੀਕ ਦਾ ਸਵਾਲ ਤਾਂ ਵਿਅਕਤੀਗਤ ਨਜ਼ਰ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਵਾਤਾਵਰਨ ਤੋਂ ਹੁੰਦਾ ਹੈ, ਜਿਵੇਂ ਕਿ ਗੁੱਸੇ ਹੋਣਾ, ਗਾਲਾਂ ਕੱਢਣਾ, ਚੁੱਪ ਰਹਿਣਾ, ਸ਼ਰਾਬ ਦੀ ਵਰਤੋਂ ਆਦਿ। ਹਰ ਸਮਾਜ ਤੇ ਵਰਗ ਅਨੁਸਾਰ ਜ਼ਿੰਦਗੀ ਦਾ ਹਿੱਸਾ ਵੀ ਸਮਝਦੇ ਜਾਂਦੇ ਹਨ ਤੇ ਆਦਮੀ ਦੇ ਦੁਰਵਿਹਾਰ ਦੇ ਚਿੰਨ੍ਹ ਵੀ ਹਨ ਤੇ ਮਨੋਰੋਗਾਂ ਦੇ ਲੱਛਣ ਵੀ ਹਨ। ਦੁਰਵਿਹਾਰ ਤੇ ਮਨੋਰੋਗ ਦੀ ਗੱਲ ਉਸ ਵੇਲੇ ਸਾਹਮਣੇ ਆਉਂਦੀ ਹੈ ਜਦੋਂ ਸਾਨੂੰ ਇਹ ਪਤਾ ਹੋਵੇ ਕਿ ਉਹ ਸਮਾਜ ਕਿਸ ਗੱਲ ਨੂੰ ਮਾਨਤਾ ਦਿੰਦਾ ਹੈ ਤੇ ਕਿਸ ਗੱਲ ਨੂੰ ਨਹੀਂ। ਵਾਸਤਵ ਵਿੱਚ ਮਨੁੱਖ ਦੀ ਕੋਈ ਵੀ ਕਿਰਿਆ ਅਰਥਹੀਨ ਨਹੀਂ ਹੁੰਦੀ। ਇਹ ਗੱਲ ਹੋਰ ਹੈ ਕਿ ਉਹ ਉਪਯੋਗੀ ਹੈ ਜਾਂ ਨਹੀਂ। ਗਲਤ ਤੇ ਠੀਕ ਵੀ ਉਪਯੋਗੀ ਨਾਲ ਜੁੜੇ ਹੋਏ ਵਿਸ਼ੇਸ਼ਣ ਹਨ। ਜਨਮ ਤੋਂ ਮਰਨ ਤੱਕ ਹਰ ਇੱਕ ਅਵਸਥਾ 'ਚ ਮਨੁੱਖ ਦੀ ਇੱਕ ਮੁੱਢਲੀ ਜ਼ਰੂਰਤ ਹੁੰਦੀ ਹੈ, ਜਿਹਦੇ ਆਲੇ ਦੁਆਲੇ 'ਚ ਮਨੁੱਖ ਦੀ ਹਰ ਇੱਕ ਕਾਰਜ ਕਿਰਿਆ ਜਨਮ ਲੈਂਦੀ ਹੈ ਤੇ ਮਨੁੱਖੀ ਸੁਭਾਅ ਹੋਂਦ ਚਾਹੁੰਦਾ ਹੈ। ਇਹਨਾਂ 'ਚੋਂ ਜ਼ਰੂਰਤ ਜੋ ਕਿ ਜਵਾਨੀ ਤੋਂ ਸ਼ੁਰੂ ਹੋ ਕੇ ਅਧੇੜ ਉਮਰ ਤੱਕ ਪੂਰੀ ਤਰ੍ਹਾਂ ਆਪਣਾ ਵਿਕਾਸ ਕਰ ਲੈਂਦੀ ਹੈ, ਪਛਾਣੇ ਜਾਣਦੀ ਹੈ। ਵੈਸੇ ਪਛਾਣਿਆ ਜਾਣਾ ਮਨੁੱਖ ਦੀ ਪਹਿਲੀ ਮਾਨਸਿਕ ਜ਼ਰੂਰਤ ਹੈ, ਚਾਹੇ ਇਹਦਾ ਸਫ਼ਰ ਬਚਪਨ 'ਚ ਚੇਤਨ ਤੇ ਫਿਰ ਵੱਡੀ ਉਮਰੇ ਚੇਤਨ ਰੂਪ ਧਾਰਨ ਕਰਦਾ ਚਲਾ ਜਾਂਦਾ ਹੈ। ਦੂਸਰੀ ਜ਼ਰੂਰਤ ਹੈ ਸੁਰੱਖਿਆ। ਸੁਰੱਖਿਆ ਦੀ ਪਛਾਣ ਤੋਂ ਹੀ ਹੁੰਦੀ ਹੈ। ਜਿਵੇਂ ਕਿ ਕਿਹਾ ਹੈ, ਪਛਾਣ ਹਰ ਆਦਮੀ ਦਾ ਉਦੇਸ਼ ਹੈ। ਵੈਸੇ ਤਾਂ ਬਚਪਨ ਤੋਂ ਹੀ ਇਹ ਨਾਲ ਰਹਿੰਦੀ ਹੈ, ਪਰ ਇਹਦਾ ਵਿਕਾਸ ਲਗਾਤਾਰ ਹੁੰਦਾ ਰਹਿੰਦਾ ਹੈ। ਜਿਵੇਂ ਕਿ ਕਹਿੰਦੇ ਹੈ, ਆਦਮੀ ਬੋਲਣਾ ਤਾਂ 2 ਸਾਲ ਦੀ ਉਮਰ 'ਚ ਸਿੱਖ ਜਾਂਦਾ ਹੈ, ਪਰ ਕੀ ਬੋਲਣਾ ਹੈ ਇਹ ਸਿੱਖਣ 'ਚ ਉਹਨੂੰ 60 ਸਾਲ ਲੱਗ ਜਾਂਦੇ ਹੈ। ਉਹੀ ਗੱਲ ਹੈ ਪਛਾਣ ਹਾਸਲ ਕਰਨ ਦੀ, ਜਿਹਦੀ ਕਿਰਿਆ ਵੀ ਲਗਾਤਾਰ ਚੱਲਦੀ ਹੈ। ਪਛਾਣ ਦੇ ਨਾਲ ਹੀ ਜੁੜਦਾ ਸ਼ਬਦ ਹੈ ਭਿੰਨਤਾ, ਮਤਲਬ ਵੱਖਰੇਵਾਂ। ਪਹਿਲੇ ਮਨੁੱਖ ਨੇ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕੀਤਾ, ਫਿਰ ਉਹਨੇ ਆਪਣੇ ਆਪ ਨੂੰ ਆਪਣੇ ਹਰੇਕ ਨਾਲ ਚੱਲਣ ਵਾਲੇ ਤੋਂ ਅਲੱਗ ਕੀਤਾ। ਮਨੁੱਖ ਦੇ ਕਾਰਜ, ਕਿਰਿਆ, ਸੁਭਾਅ ਤੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ 4 ਪੌੜੀਆਂ ਕਹੀਆਂ ਜਾ ਸਕਦੀਆਂ, ਜੋ ਕਿ ਇਸ ਤਰ੍ਹਾਂ ਸਮਝੀਆਂ ਜਾ ਸਕਦੀਆਂ। ਜਨਮ, ਉਹਦੀ ਜੀਵ ਰੂਪ 'ਚ ਹੋਂਦ। ਡਾਰਵਿਨ ਦਾ ਸਿਧਾਂਤ ਹੈ ਹੋਂਦ ਦੇ ਲਈ ਸੰਘਰਸ਼। ਇਸ ਸੰਘਰਸ਼ ਦੇ ਅੰਤਰਗਤ ਮਨੁੱਖ ਨੇ ਆਪਣੇ ਆਪ ਨੂੰ ਜਾਨਵਰਾਂ ਤੋਂ ਅਲੱਗ ਕੀਤਾ। ਜੀਵ ਤੋਂ ਮਾਨਵ ਤੇ ਮਾਨਵ ਤੋਂ ਮਹਾਮਾਨਵ ਦਾ ਸਫ਼ਰ ਉਸੇ ਤਰ੍ਹਾਂ ਜਾਰੀ ਹੈ। ਖਾਲੀ ਹੱਥ ਮਨੁੱਖ ਸਭ ਤੋਂ ਕਮਜ਼ੋਰ ਜਾਨਵਰ ਹੈ ਤੇ ਸ਼ਸਤਰ ਤੇ ਸ਼ਾਸਤਰਾਂ ਦੀ ਧਾਰਨ ਕਰਕੇ ਉਹ ਸਾਰਿਆਂ ਨਾਲੋਂ ਸ਼ਕਤੀਸ਼ਾਲੀ ਹੈ। ਇਹੀ ਉਹਦਾ ਜੀਵ ਰੂਪ ਵਿਕਾਸ ਹੈ। ਹੱਥਾਂ ਦੀ ਵਰਤੋਂ, ਪੈਰਾਂ ਤੇ ਖੜਾ ਹੋਣਾ ਤੇ ਦਿਮਾਗ ਨਾਲ ਆਪਣੇ ਆਲੇ ਦੁਆਲੇ ਨੂੰ ਪਰਖਣਾ ਤੇ ਕੰਮ ਕਰਨਾ, ਇਹ ਜੀਵ ਮਾਨਵ ਦੇ ਵਿਸ਼ੇਸ਼ ਗੁਣ ਹਨ। ਪਰਿਵਾਰ, ਜਨਮ ਤੋਂ ਬਾਅਦ ਬੱਚੇ ਦਾ ਪਹਿਲਾ ਸੰਪਰਕ ਹੈ ਪਰਿਵਾਰ। ਪਰਿਵਾਰਕ ਮਾਹੌਲ 'ਚ ਪਲਦਾ ਹੋਇਆ ਉਹ ਪਰਿਵਾਰ ਦੇ ਰਹਿਣ ਸਹਿਣ ਨੂੰ, ਪਰਿਵਾਰ ਨੂੰ, ਪੂਰੇ ਮਾਹੌਲ ਨੂੰ ਅਪਣਾਉਂਦਾ ਜਾਂਦਾ ਹੈ, ਜਿਹਨੂੰ ਆਪਾਂ ਸੰਸਕਾਰ ਵੀ ਆਖ ਸਕਦੇ ਹਾਂ। ਸਮਾਜ ਵਿਗਿਆਨੀ ਸੰਸਕਾਰਾਂ ਦੀ ਕਈ ਤਰ੍ਹਾਂ ਵਿਆਖਿਆ ਕਰਦੇ ਹਨ। ਸੰਸਕਾਰ ਇੱਕ ਜਿਉਣ ਢੰਗ ਹੈ। ਸਵੇਰ ਤੋਂ ਸ਼ਾਮ ਤੱਕ ਤੇ ਜਨਮ ਤੋਂ ਮਰਨ ਤੱਕ ਜੋ ਵੀ ਕੁਝ ਅਸੀਂ ਕਰਦੇ ਹਾਂ ਉਹ ਸੰਸਕਾਰਾਂ ਦਾ ਹੀ ਰੂਪ ਹੈ। ਇਹ ਰੂਪ ਸਾਨੂੰ ਵਿਰਸੇ ਵਿੱਚ ਵੀ ਮਿਲਦਾ ਹੈ। ਅਸੀਂ ਆਪਣੇ ਆਲੇ ਦੁਆਲੇ ਤੋਂ ਵੀ ਸਿੱਖਦੇ ਹਾਂ ਤੇ ਆਪਣੇ ਤਜਰਬੇ ਤੋਂ ਵੀ। ਇਹਨੂੰ ਸਵਾਰਦੇ ਹਾਂ ਤੇ ਇਸੇ ਤਰ੍ਹਾਂ ਆਪਣੀ ਅਗਲੀ ਪੀੜ੍ਹੀ ਨੂੰ ਸੌਂਪ ਦਿੰਦੇ ਹਾਂ। ਇਸੇ ਤਰ੍ਹਾਂ ਸੰਸਕਾਰ ਜਾਂ ਜਿਉਣ ਢੰਗ ਉਹਨਾਂ ਸਭਨਾਂ ਦਾ ਜੋੜ ਹੈ ਜੋ ਅਸੀਂ ਪੜ੍ਹਦੇ ਹਾਂ, ਸਿੱਖਦੇ ਹਾਂ, ਵਿਰਸੇ 'ਚੋਂ ਹਾਸਲ ਕਰਦੇ ਹਾਂ ਤੇ ਨਾਲ ਹੀ ਵੰਡਦੇ ਵੀ ਹਾਂ। ਤੀਸਰਾ ਹੈ ਸਮਾਜ, ਘਰ ਤੋਂ ਬਾਹਰ। ਵੈਸੇ ਤਾਂ ਪਰਿਵਾਰ ਵੀ ਸਮਾਜ ਦਾ ਅੰਗ ਹੈ।
ਅਸਲ 'ਚ ਪਰਿਵਾਰ ਸਮਾਜ ਦੀ ਮੁੱਖ ਇਕਾਈ ਹੈ। ਫਿਰ ਵੀ ਸਮਾਜ ਦੀਆਂ ਹੋਰ ਇਕਾਈਆਂ ਜਿਵੇਂ ਸਿੱਖਿਆ ਸੰਸਥਾਵਾਂ, ਵਪਾਰਕ ਕੇਂਦਰ, ਰਾਜਨੀਤਿਕ ਤੇ ਧਰਮ ਵਿਵਸਥਾ ਆਦਿ ਹੋਰ ਕਈ ਹਨ। ਇਹਨਾਂ ਸੰਸਥਾਵਾਂ ਦੇ ਸੰਪਰਕ 'ਚ ਆ ਕੇ ਮਨੁੱਖ ਆਪਣੇ ਕਾਰ ਵਿਵਹਾਰ ਨੂੰ ਬਦਲਦਾ ਹੈ। ਜਿਸ ਤਰ੍ਹਾਂ ਕਿ ਪਹਿਲਾਂ ਵੀ ਕਿਹਾ ਹੈ ਕਿ ਸੰਸਕਾਰ ਜੋ ਆਦਮੀ ਸਮਾਜ ਤੋਂ ਕਬੂਲਦਾ ਹੈ, ਇੱਕ ਜ਼ਿੰਦਗੀ ਜਿਉਣ ਦਾ ਢੰਗ ਹੈ। ਸੰਸਕਾਰਾਂ ਰਾਹੀਂ ਸਮਾਜਿਕ ਮਾਨਤਾਵਾਂ ਨੂੰ ਨੇਮਾਂ ਅਧੀਨ ਮਨੁੱਖੀ ਦਿਸ਼ਾ ਨਿਰਦੇਸ਼ ਪ੍ਰਾਪਤ ਕਰ ਸਕਦਾ ਹੈ। ਚੌਥਾ ਹੈ ਮਾਨਸਿਕ ਮਾਹੌਲ। ਘਰ ਵਿੱਚ ਵਾਪਸੀ। ਜਦੋਂ ਆਦਮੀ ਆਪਣੇ ਦਿਨ ਦੀ ਹਰ ਕਿਰਿਆ ਤੋਂ ਮੁਕਤ ਹੋ ਕੇ ਸਮਾਜ ਦੇ ਹਰ ਕੇਂਦਰ ਤੇ ਇਕਾਈ ਤੋਂ ਪ੍ਰਭਾਵਿਤ ਹੋ ਕੇ ਸਭ ਨੂੰ ਮਿਲ ਮਿਲਾ ਕੇ ਘਰ ਮੁੜਦਾ ਹੈ, ਉਹ ਇਕੱਲਾ ਬੈਠ ਕੇ ਉਹਨਾਂ ਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਤੇ ਲਾਗੂ ਕਰਦਾ ਹੈ ਤੇ ਸੋਚਦਾ ਹੈ। ਉਹਨਾਂ ਨੂੰ ਆਪਣੇ ਨਾਲ ਤਾਲਮੇਲ ਕਰਕੇ ਦੇਖਦਾ ਹੈ ਜਾਂ ਆਪਣੇ ਆਪ ਨੂੰ ਉਹਨਾਂ ਦੇ ਅਨੁਸਾਰ ਬਣਾ ਲੈਣਾ ਚਾਹੁੰਦਾ ਹੈ ਜਾਂ ਉਹਨਾਂ ਪ੍ਰਤੀ ਆਲੋਚਨਾਤਮਕ ਹੁੰਦਾ ਹੈ। ਇਹ ਸਭ ਕੁਝ ਸੋਚ ਦੇ ਪੱਧਰ ਤੇ ਹੁੰਦਾ ਹੈ, ਇੱਕ ਤਰ੍ਹਾਂ ਵਿਅਕਤੀਗਤ ਤਰੀਕੇ ਨਾਲ। ਤਬਦੀਲੀ। ਪੰਜਵਾਂ, ਆਪਣੇ ਆਪ 'ਚ ਵਿਚਰਨਾ, ਸੋਚਣਾ ਮਨੁੱਖ ਦੇ ਵਿਵਹਾਰ ਨੂੰ ਬਦਲਦਾ ਹੈ। ਵਿਵਹਾਰ ਤੇ ਸੁਭਾਅ ਅਨੁਸਾਰ ਸਰੀਰ ਨੂੰ ਵੀ ਤਬਦੀਲ ਕਰਦੀਆਂ ਹਨ। ਸੁਭਾਅ ਸਰੀਰ ਦਾ ਹਿੱਸਾ ਬਣ ਜਾਂਦਾ ਹੈ। ਜਿਸ ਤਰ੍ਹਾਂ ਕਹਿੰਦੇ ਹਨ ਕਿ ਵਿਵਹਾਰ ਪੱਕ ਜਾਂਦਾ ਹੈ, ਫਿਰ ਸਰੀਰਕ ਹਿੱਸੇ ਦੇ ਰਾਹੀਂ ਜੀਨਸ ਦੇ ਜ਼ਰੀਏ ਉਹ ਅਗਲੀ ਪੀੜ੍ਹੀ ਕੋਲ ਚਲਾ ਜਾਂਦਾ ਹੈ, ਜੋ ਕਿ ਕੁਦਰਤੀ ਪ੍ਰਵਿਰਤੀ ਦੇ ਨਾਂ ਹੇਠ ਜਾਣਿਆ ਜਾਂਦਾ ਹੈ। ਇੱਥੇ ਅਸੀਂ ਮਨੋਰੋਗਾਂ ਦੇ ਆਨੂਵੰਸ਼ਿਕਤਾ ਤੇ ਆਲੇ ਦੁਆਲੇ ਦੇ ਕਾਰਨਾਂ ਨੂੰ ਆਪਸ 'ਚ ਜੋੜ ਕੇ ਦੇਖ ਸਕਦੇ ਹਾਂ। ਕਿਵੇਂ ਸਮਾਜ ਵਿੱਚ ਵਿਚਰਦੇ ਹੋਏ ਜਨਮ ਤੋਂ ਮਰਨ ਤੱਕ ਅਨੇਕਾਂ ਪ੍ਰਭਾਵਾਂ ਹੇਠ ਸੁਭਾਅ ਬਣਦਾ ਤੇ ਬਦਲਦਾ ਹੈ ਤੇ ਫਿਰ ਸਰੀਰਕ ਰੂਪ ਬਣ ਕੇ ਅਗਲੀ ਪੀੜ੍ਹੀ ਕੋਲ ਚਲਾ ਜਾਂਦਾ ਹੈ। ਦਰਅਸਲ ਪਰਿਵਾਰਕ ਪਿਛੋਕੜ ਵਿੱਚ ਕਿਸੇ ਬਿਮਾਰੀ ਨੂੰ ਲੱਭਣਾ ਵੀ ਦਰਅਸਲ ਆਲੇ ਦੁਆਲੇ ਦੇ ਕਾਰਨਾਂ ਨੂੰ ਲੱਭਣਾ ਹੈ। ਇਸੇ ਤਰ੍ਹਾਂ ਸੁਭਾਵਕ ਪ੍ਰਵਿਰਤੀਆਂ ਵੀ ਵਾਤਾਵਰਣ ਦੀ ਹੀ ਦੇਣ ਹਨ, ਪਰ ਇਹਨੂੰ ਸਾਹਮਣੇ ਰੱਖ ਕੇ ਆਦਮੀ ਦੇ ਸੁਭਾਅ ਨੂੰ ਇੱਕ ਦਿਨ, 1-2 ਸਾਲ ਜਾਂ 10-20 ਸਾਲਾਂ 'ਚ ਬਦਲਿਆ ਨਹੀਂ ਜਾ ਸਕਦਾ। ਇਹ ਤਬਦੀਲੀ 4 ਅਵਸਥਾਵਾਂ ਵਿੱਚੋਂ ਹੋ ਕੇ ਲੰਘਦੀ ਹੈ। ਸੰਸਕਾਰ ਤੇ ਮਨੁੱਖ ਦੀਆਂ ਸਥਿਤੀਆਂ ਨੂੰ ਸਮਾਨ ਅੰਤਰ ਰੱਖ ਕੇ ਦੇਖਣ ਨਾਲ ਸਾਰੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਮਨੁੱਖ ਆਪਣੇ ਮਾਹੌਲ ਤੋਂ ਆਪਣੇ ਸੁਭਾਅ ਨੂੰ ਕਬੂਲਦਾ ਹੈ ਤੇ ਬਣਾਉਂਦਾ ਹੈ, ਫਿਰ ਉਹਨੂੰ ਬਦਲਦਾ ਹੈ। ਇਸ ਤਰ੍ਹਾਂ ਇਹ ਸਾਰੇ ਕਿਸੇ ਦੇ ਜੋੜ ਨਾਲ ਪਰਿਵਾਰ, ਸਮਾਜ, ਸਿੱਖਿਆ ਕੇਂਦਰ, ਵਪਾਰਕ ਅਦਾਰੇ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਰਾਹੀਂ ਇੱਕ ਜੀਵਕ ਇਕਾਈ, ਇੱਕ ਮਨੁੱਖ ਵਿੱਚ ਬਦਲਦੀ ਹੈ। ਉੱਪਰ ਦੀ ਸਾਰੀ ਗੱਲ ਨੂੰ ਮੱਦੇ-ਨਜ਼ਰ ਰੱਖਦੇ ਹੋਏ ਆਦਮੀ 4 ਹਾਲਾਤਾਂ 'ਚ ਪੀੜ੍ਹੀ ਦਰ ਪੀੜ੍ਹੀ ਤੁਰਦਾ ਰਹਿੰਦਾ ਹੈ। ਅਸਲ 'ਚ ਹੁੰਦਾ ਕੀ ਹੈ, ਅਸੀਂ ਮਨੁੱਖੀ ਸਬੰਧਾਂ ਨੂੰ ਵਰਤਮਾਨ ਸਥਿਤੀਆਂ 'ਚ ਹੀ ਪਰਖਦੇ ਹਾਂ ਤਾਂ ਇਹ ਸਬੰਧ ਸਾਨੂੰ ਕਾਫੀ ਸੁੰਗੜੇ ਹੋਏ ਨਜ਼ਰ ਆਉਂਦੇ ਹੈ, ਜੋ ਕਿ ਸਾਨੂੰ ਮਿੱਥੇ ਹੋਏ ਸਮਾਜਿਕ ਦਾਇਰੇ ਤੋਂ ਅੱਗੇ ਪਿੱਛੇ ਨਹੀਂ ਦੇਖਣ ਦਿੰਦੇ। ਸਾਡੇ ਵਿਚਾਰ, ਸਾਡੇ ਰਿਵਾਜ ਸਾਨੂੰ ਕਾਫੀ ਮਜ਼ਬੂਤ ਨਜ਼ਰ ਆਉਂਦੇ ਹਨ, ਪਰ ਉਹ ਹਾਲਾਤ ਜੋ ਉਹਨਾਂ ਨੂੰ ਵਰਤਮਾਨ ਰੂਪ ਦੇਣ 'ਚ ਸਹਾਇਕ ਹੁੰਦੇ ਹਨ, ਕਿਰਿਆ ਰੂਪ 'ਚ ਲਿਆਉਣ 'ਚ ਮਦਦ ਕਰਦੇ ਹਨ, ਆਮ ਤੌਰ ਤੇ ਅੱਖਾਂ ਤੋਂ ਓਲੇ ਹੀ ਰਹਿ ਜਾਂਦੇ ਹਨ। ਵਿਕਾਸ ਦੇ ਦੌਰ ਨੂੰ ਸਮਝਣਾ ਵੀ ਜ਼ਰੂਰੀ ਹੈ ਤਾਂ ਜੋ ਗੱਲ ਹੋਰ ਵਧੇਰੇ ਸਪਸ਼ਟ ਹੋ ਸਕੇ। ਇਸ ਲਈ ਡਾਰਵਿਨ ਦਾ ਸਿਧਾਂਤ, ਜੋ ਕਿ ਪ੍ਰਾਕਿਰਤਿਕ ਚੋਣ ਤੇ ਤਬਦੀਲੀ ਦੇ ਨਾਂ ਤੇ ਮਸ਼ਹੂਰ ਹੈ, ਕਾਫੀ ਹੱਦ ਤੱਕ ਸਾਨੂੰ ਰਾਹ ਪਾ ਸਕਦਾ ਹੈ। ਇਸ ਸਿਧਾਂਤ ਦੇ 4 ਹਿੱਸੇ ਹਨ। ਪਹਿਲਾ ਤੀਰ ਤੁੱਕਾ, ਦੂਜਾ ਵਧਾ ਘਟਾ ਫਰਕ ਪਾ ਕੇ ਵੇਖਣਾ, ਤੀਜਾ ਪ੍ਰਾਕਿਰਤਿਕ ਚੋਣ, ਚੌਥਾ ਹੋਂਦ ਲਈ ਸੰਘਰਸ਼। ਡਾਰਵਿਨ ਇਹਨੂੰ ਇਸ ਤਰ੍ਹਾਂ ਆਖਦਾ ਹੈ ਕਿ ਕੋਈ ਵੀ ਜੀਵ ਕਿਸੇ ਮਿੱਥੇ ਨਿਸ਼ਾਨੇ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਣਾਏ ਗਏ ਨੂੰ ਕਰਨ ਲਈ ਤੀਰ ਤੁੱਕਾ ਲਾਉਂਦਾ ਹੈ, ਮਤਲਬ ਹਨੇਰੇ 'ਚ ਤੀਰ ਛੱਡਦਾ ਹੈ। ਜੇ ਕਈ ਵਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇੱਕ ਅੱਧਾ ਨਿਸ਼ਾਨਾ ਸਹੀ ਬੈਠ ਜਾਂਦਾ ਹੈ ਤਾਂ ਉਹ ਆਪਣੇ ਨਿਸ਼ਾਨੇ ਨੂੰ ਘਟਾ ਵਧਾ ਕੇ ਕੁਝ ਦੁਰਸਤ ਕਰਕੇ ਫਿਰ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਉਹ ਕਾਮਯਾਬੀ ਤੱਕ ਪਹੁੰਚਦਾ ਹੈ। ਫਿਰ ਉਸ ਕਾਮਯਾਬੀ ਨੂੰ ਆਪਣੀ ਪ੍ਰਕਿਰਤੀ ਬਣਾ ਲੈਂਦਾ ਹੈ। ਇਸ ਪ੍ਰਕਿਰਤੀ ਨੂੰ ਮੱਦੇ ਨਜ਼ਰ ਰੱਖ ਕੇ ਉਹ ਕੰਮ ਕਰਦਾ ਹੈ। ਇਸ ਤਰ੍ਹਾਂ ਗਲਤੀ ਕਰਦਾ ਸਿੱਖਦਾ ਹੈ ਤੇ ਕਾਰਜਸ਼ੀਲ ਰਹਿੰਦਾ ਹੈ। ਜਿਸ ਤਰ੍ਹਾਂ ਆਖਦੇ ਹਨ ਕਿ ਆਦਮੀ ਠੋਕਰਾਂ ਖਾ ਕੇ ਸਿੱਖਦਾ ਹੈ, ਇਹਦਾ ਅਰਥ ਇਹ ਹੈ ਕਿ ਠੋਕਰ ਇੱਕ ਤਰ੍ਹਾਂ ਦੀ ਅਚਾਨਕ ਹੋਈ ਕਿਰਿਆ ਹੈ ਜੋ ਉਹਨੇ ਮਿੱਥ ਕੇ ਨਹੀਂ ਕੀਤੀ। ਜਿਸ ਤਰ੍ਹਾਂ ਤੀਰ ਤੁੱਕਾ ਹੁੰਦਾ ਹੈ, ਠੋਕਰ ਤੋਂ ਸਿੱਖ ਕੇ ਆਪਣੀ ਕਿਰਿਆ 'ਚ ਤਬਦੀਲੀ ਲਿਆਉਂਦਾ ਹੈ, ਆਪਣੇ ਆਪ ਨੂੰ ਉਸੇ ਤਰ੍ਹਾਂ ਬਦਲਦਾ ਹੈ ਤਾਂ ਜੋ ਇਹ ਅਚਾਨਕ ਹੋਇਆ ਹਾਦਸਾ ਫੇਰ ਨਾ ਵਾਪਰੇ, ਜਾਂ ਉਹ ਆਪਣੇ ਆਲੇ ਦੁਆਲੇ ਨੂੰ ਬਦਲਦਾ ਹੈ। ਇਸ ਤਰ੍ਹਾਂ ਉਹ ਆਪਣੀ ਹੋਂਦ ਨੂੰ ਸਵਾਰਦਾ ਤੁਰਿਆ ਜਾਂਦਾ ਹੈ, ਵਿਕਾਸ ਕਰਦਾ ਜਾਂਦਾ ਹੈ। ਇਹ ਉਹਦੀ ਹੋਂਦ ਲਈ ਸੰਘਰਸ਼ ਹੈ। ਡਾਰਵਿਨ ਆਖਦਾ ਹੈ ਕੀੜੇ, ਪਤੰਗੇ ਤੇ ਪੰਛੀਆਂ ਤੇ ਖੰਭਾਂ ਦੇ ਰੰਗ ਕਿਸੇ ਤਰ੍ਹਾਂ ਦੇ ਨਮੂਨੇ ਵਜੋਂ ਨਹੀਂ ਹਨ, ਸਗੋਂ ਇਹ ਵਾਤਾਵਰਣ ਦੇ ਮੁਤਾਬਕ ਜੀਵ ਦੀ ਇਕਸਾਰਤਾ ਹੈ। ਇਸੇ ਤਰ੍ਹਾਂ ਗਿਰਗਿਟ ਦਾ ਰੰਗ ਬਦਲਣਾ ਵੀ ਉਹਦੀ ਕੁਦਰਤ ਨਾਲ ਇਕਮਿਕ ਹੋਣ ਦੀ ਪ੍ਰਵਿਰਤੀ ਹੈ, ਬਚਾਅ ਦੀ ਪ੍ਰਵਿਰਤੀ ਹੈ।
ਇਸੇ ਤਰ੍ਹਾਂ ਮਨੁੱਖ ਦਾ ਮਨੋਵਿਗਿਆਨਕ ਤੇ ਸਮਾਜਿਕ ਸੁਭਾਅ ਵੀ ਪ੍ਰਕਿਰਤੀ ਚੋਣ ਕਾਰਨ ਹੀ ਹੈ, ਕਿਉਂਕਿ ਉਹ ਸੁਭਾਅ ਮਨੁੱਖ ਦੀ ਹੋਂਦ ਦੀ ਰੱਖਿਆ ਲਈ ਲਾਹੇਵੰਦ ਹੀ ਹੁੰਦਾ ਹੈ। ਫਿਰ ਇਹ ਸੁਭਾਅ ਅਗਲੀ ਪੀੜ੍ਹੀ ਕੋਲ ਚਲਿਆ ਜਾਂਦਾ ਹੈ। ਇਹਦੇ ਨਾਲ ਜੋੜਦਾ ਹੋਇਆ ਡਾਰਵਿਨ ਇਹ ਵੀ ਕਹਿੰਦਾ ਹੈ ਕਿ ਸਾਰੇ ਮਨੋਵਿਗਿਆਨਕ ਕਾਰਜ ਚੇਤਨਾ ਦੇ ਜਨਮ ਤੋਂ ਲੈ ਕੇ ਨੈਤਿਕ ਨਿਯਮਾਂ ਦੇ ਵਿਕਾਸ ਤੱਕ ਹੋਂਦ ਲਈ ਸੰਘਰਸ਼ ਤੇ ਹੋਂਦ ਦੀ ਸੁਰੱਖਿਆ ਲਈ ਇੱਕ ਤਰ੍ਹਾਂ ਦੇ ਸੰਦ ਹਨ। ਉਹ ਹਥਿਆਰ ਹਨ ਜੋ ਕਿ ਸਮੇਂ-ਸਮੇਂ ਸਿਰ ਸਾਡੀ ਮਦਦ ਲਈ ਸਾਡਾ ਹਿੱਸਾ ਬਣੇ ਹਨ। ਅਸੀਂ ਪਹਾੜੀ ਲੋਕਾਂ 'ਚ ਅੰਧ ਵਿਸ਼ਵਾਸ ਨੂੰ ਇਸ ਨਜ਼ਰ ਤੋਂ ਵੇਖ ਸਕਦੇ ਹਾਂ, ਕਿਉਂਕਿ ਇੱਥੇ ਅਨਿਸ਼ਚਿਤਤਾ ਤੇ ਅਸੁਰੱਖਿਆ ਵੱਧ ਹੁੰਦੀ ਹੈ। ਜਿਵੇਂ ਕਿ ਆਪਾਂ ਜਾਣਿਆ ਹੈ ਕਿ ਪ੍ਰਕਿਰਤੀ ਸੰਕਟਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਤਾਂ ਉਸ ਵੇਲੇ ਮਨੁੱਖ ਪਾਣੀ, ਹਵਾ, ਸੂਰਜ ਅੱਗ ਆਦਿ ਨੂੰ ਦੇਵਤਾ ਮੰਨ ਕੇ ਉਹਨਾਂ ਦੀ ਪੂਜਾ ਕਰਦਾ ਹੈ, ਉਹਨਾਂ ਨੂੰ ਮਨਾਉਣ ਦਾ ਯਤਨ ਕਰਦਾ ਹੈ। ਕੇਂਦਰੀ ਨੁਕਤਾ ਉਹੀ ਹੈ ਕਿ ਇਹ ਸਭ ਵਿਚਾਰ ਸਾਨੂੰ ਸੁਰੱਖਿਅਤ ਕਰਨ 'ਚ ਸਹਾਈ ਹੁੰਦੇ ਹਨ। ਇਹ ਗੱਲ ਵੱਖਰੀ ਹੈ ਕਿ ਸਮੇਂ ਸਿਰ ਗਿਆਨ ਤੇ ਪਸਾਰਨ ਲਈ ਇਹ ਵਿਚਾਰ ਨਵਾਂ ਰੂਪ ਲੈਂਦੇ ਰਹਿੰਦੇ ਹਨ। ਇਸ ਤਰ੍ਹਾਂ ਮਨੁੱਖ ਦੇ ਹੋਰ ਗੁਣ ਜਿਵੇਂ ਸਮਾਜਿਕ ਸਾਂਝ, ਭਾਸ਼ਾ, ਕਲਾ ਆਦਿ ਵਿਕਾਸ ਦੇ ਦੌਰ ਦੀ ਪੈਦਾਵਾਰ, ਜਿਹਨੂੰ ਅਸੀਂ ਸੱਭਿਆਚਾਰ ਵੀ ਆਖਦੇ ਹਾਂ। ਇਹ ਵਿਕਾਸ ਮਨੁੱਖ ਦੀ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈ। ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਉਹ ਮੂਲ ਢਾਂਚਾ ਹੈ ਜਿਸ 'ਚ ਸੁਭਾਅ, ਆਦਤਾਂ, ਦਿਲਚਸਪੀਆਂ ਤੇ ਮਨੁੱਖ ਦੇ ਝੁਕਾਅ ਸ਼ਾਮਲ ਹਨ। ਇਹ ਮਨੁੱਖੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਵੱਡਾ ਆਧਾਰ ਹੈ। ਮਨੁੱਖੀ ਸੁਭਾਅ ਸਮਾਜ ਵਿੱਚ ਰਹਿ ਕੇ ਵਿਕਸਿਤ ਹੁੰਦਾ ਹੈ। ਕਿਉਂ ਜੋ ਸਰੀਰਕ ਬਣਤਰ ਤਾਂ ਹਰ ਇੱਕ ਥਾਂ ਇੱਕੋ ਜਿਹੀ ਹੁੰਦੀ ਹੈ, ਪਰ ਵਿਹਾਰ ਦਾ ਫਰਕ ਸਿਰਫ ਅੱਡ-ਅੱਡ ਤਰ੍ਹਾਂ ਦੇ ਸਮਾਜ 'ਚ ਹੁੰਦਾ ਹੈ। ਇਹ ਤੋਂ ਸਿੱਧ ਹੁੰਦਾ ਹੈ ਕਿ ਸਮਾਜ ਵਿੱਚ ਇੱਕ ਸਮਾਜਿਕ ਸ਼ਕਤੀ ਹੈ ਜੋ ਕਿ ਮਨੁੱਖ ਨੂੰ ਕੋਈ ਟੀਚਾ ਦਿੰਦੀ ਹੈ, ਕੋਈ ਕਾਰਜ ਪ੍ਰਦਾਨ ਕਰਦੀ ਹੈ ਤੇ ਇਸ ਤਰ੍ਹਾਂ ਉਹਦੇ ਵਿਅਕਤਿਤਵ ਨੂੰ ਰੂਪ ਦਿੰਦੀ ਹੈ। ਇਸ ਤਰ੍ਹਾਂ ਅਸੀਂ ਸਮਝ ਲਿਆ ਹੈ ਕਿ ਕਿਸ ਤਰ੍ਹਾਂ ਸੰਸਕਾਰਾਂ ਤੋਂ ਸੁਭਾਅ ਦਾ ਪ੍ਰਭਾਵਿਤ ਹੋਣਾ ਤੇ ਫਿਰ ਮਨੁੱਖ ਦਾ ਕਾਜ ਵਿਹਾਰ ਜੁੜਿਆ ਹੋਇਆ ਹੈ। ਸੁਭਾਅ ਹੈ ਹੀ ਕਾਰਜਸ਼ੀਲਤਾ। ਵੈਸੇ ਤਾਂ ਹੱਥ ਪੈਰ ਹਿਲਾਉਣਾ ਵੀ ਇੱਕ ਕਿਰਿਆ ਹੈ। ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹ ਕਦੀ ਹੱਸਦਾ ਹੈ, ਕਦੀ ਰੋਂਦਾ ਹੈ, ਜਿਹਨੂੰ ਮਾਸਪੇਸ਼ੀਆਂ ਦੇ ਸੁੰਗੜਨ ਫੈਲਣ ਦੀ ਕਿਰਿਆ ਦੱਸਿਆ ਜਾਂਦਾ ਹੈ। ਪਰ ਇੱਕ ਸਮਾਜਿਕ ਸ਼ਖਸੀਅਤ ਦੇ ਤੌਰ ਤੇ ਮਨੁੱਖ ਤਣਾਅ 'ਚ ਰਹਿ ਕੇ ਵੀ ਚਿਹਰੇ ਤੇ ਮੁਸਕਰਾਹਟ ਲਿਆ ਸਕਦਾ ਹੈ। ਇਹ ਇੱਕ ਵਿਹਾਰਕ ਪ੍ਰਵਿਰਤੀ ਹੈ, ਇੱਕ ਸਿੱਖਿਆ ਹੋਇਆ ਗੁਣ ਜੋ ਕਿ ਸਮਾਜ ਵਿੱਚ ਵਿਚਰਦਿਆਂ ਹੋਇਆ ਮਨੁੱਖ ਦਾ ਸਮਾਜੀਕਰਨ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਮਨੁੱਖ ਕੋਲ ਦੋ ਪ੍ਰਵਿਰਤੀਆਂ ਹਨ, ਪ੍ਰਕਿਰਤਿਕ ਪ੍ਰਵਿਰਤੀ ਤੇ ਵਿਹਾਰਕ ਪ੍ਰਵਿਰਤੀ। ਇਹਨਾਂ ਦੋਹਾਂ ਵਿਚਕਾਰ ਤਿੰਨ ਪੜਾਅ ਹਨ। ਪਹਿਲਾ ਸਿੱਖਿਆ, ਦੂਜਾ ਗਿਆਨ, ਤੀਜਾ ਵਿਚਾਰ ਵਟਾਂਦਰਾ। ਸਿੱਖਿਆ ਤੋਂ ਅਰਥ ਸਕੂਲ ਜਾਂ ਕਾਲਜ ਵਾਲੀ ਸਿੱਖਿਆ ਹੀ ਨਹੀਂ। ਸਿੱਖਿਆ ਤਾਂ ਮਨੁੱਖ ਜਨਮ ਤੋਂ ਹੀ ਲੈਣੀ ਸ਼ੁਰੂ ਕਰ ਦਿੰਦਾ ਹੈ, ਪਰਿਵਾਰ ਤੋਂ, ਫਿਰ ਆਪਣੇ ਸਮਕਾਲੀ ਗਰੁੱਪ ਤੋਂ, ਫਿਰ ਸਕੂਲ, ਕਾਲਜ ਤੇ ਯੂਨੀਵਰਸਿਟੀ ਤੋਂ, ਹੋਰ ਸਮਾਜਿਕ ਸੰਸਥਾਵਾਂ ਜਿਵੇਂ ਧਾਰਮਿਕ, ਰਾਜਨੀਤਿਕ, ਵੱਡੀ ਉਮਰ ਦੇ ਲੋਕ, ਰਾਜਸੀ ਨੇਤਾ ਆਦਿ ਸਮੇਂ-ਸਮੇਂ ਤੇ ਸਿੱਖਿਆ ਦਿੰਦੇ ਰਹਿੰਦੇ ਹਨ। ਗਿਆਨ, ਜਿੱਥੇ ਸਿੱਖਿਆ ਦਿੱਤੀ ਜਾਂਦੀ ਉੱਥੇ ਗਿਆਨ ਆਪ ਹਾਸਲ ਕਰਨਾ ਪੈਂਦਾ ਹੈ। ਗਿਆਨ ਅਸਲ 'ਚ ਮਨੁੱਖ ਨੂੰ ਤਜਰਬੇ ਨਾਲ ਮਿਲਦਾ ਹੈ। ਜਿਵੇਂ ਕਹਿੰਦੇ ਹਨ ਕਿ ਉਹ ਪੜ੍ਹਿਆ ਨਹੀਂ, ਗੁੜਿਆ ਹੋਇਆ। ਆਪਣੇ ਆਲੇ ਦੁਆਲੇ ਤੋਂ ਪ੍ਰਾਪਤ ਸਿੱਖਿਆ ਨੂੰ ਆਪਣੇ ਅਨੁਭਵਾਂ ਨਾਲ ਜੋਖ ਪਰਖ ਕੇ ਇੱਕ ਨਵੇਂ ਰਾਹ ਵੱਲ ਤੁਰਨਾ ਹੀ ਗਿਆਨ ਹੈ। ਇਸ ਗਿਆਨ ਰਾਹੀਂ ਮਨੁੱਖ ਆਪਣੇ ਰੂਪ ਨੂੰ ਸੰਵਾਰਦਾ ਹੈ, ਸਮਾਜ 'ਚ ਪਛਾਣਿਆ ਜਾਂਦਾ ਹੈ। ਇਸੇ ਦਾ ਨਾਂ ਹੀ ਵਿਹਾਰਕ ਪ੍ਰਵਿਰਤੀ ਜਾਂ ਬੌਧ ਸ਼ਕਤੀ ਹੈ। ਸਿੱਖਿਆ ਤੇ ਗਿਆਨ ਮਨੁੱਖ ਦਾ ਸਮਾਜੀਕਰਨ ਹੈ। ਤੀਸਰਾ ਵਿਚਾਰ ਵਟਾਂਦਰਾ। ਸਿੱਖਿਆ ਤੇ ਗਿਆਨ ਹਾਸਲ ਕਰਨ ਤੋਂ ਬਾਅਦ ਉਹ ਆਪਣੇ ਮਨ ਨਾਲ ਵਿਚਾਰ ਵਟਾਂਦਰਾ ਕਰਦਾ ਹੈ, ਠੀਕ ਗਲਤ ਬਾਰੇ ਸੋਚਦਾ ਹੈ, ਆਪਣੀ ਤੇ ਸਮਾਜ ਦੀ ਬਿਹਤਰੀ ਬਾਰੇ ਸੋਚਦਾ ਹੈ, ਫਿਰ ਕਾਰਜਸ਼ੀਲ ਹੋਣ ਦਾ ਨਿਰਣਾ ਲੈਂਦਾ ਹੈ। ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਪ੍ਰਕਿਰਤਿਕ ਪ੍ਰਵਿਰਤੀਆਂ ਨਾਲ ਪੈਦਾ ਹੁੰਦਾ ਹੈ। ਉਹਨੂੰ ਉਸ ਵੇਲੇ ਜੋ ਵੀ ਸਰੀਰਕ ਗੁਣ ਮਿਲਦੇ ਹੈ, ਬਣਤਰ ਤੇ ਕਾਰਜ ਪ੍ਰਣਾਲੀ ਪੱਖੋਂ, ਉਹ ਮਾਂ ਪਿਓ ਦੇ ਜੀਨਸ ਰਾਹੀਂ ਮਿਲਦੇ ਹੈ, ਜੋ ਕਿ 23 ਮਾਂ ਵੱਲੋਂ ਤੇ 23 ਹੀ ਪਿਓ ਵੱਲੋਂ ਆਉਂਦੇ ਹਨ। ਜਨਮ ਤੋਂ ਪ੍ਰਾਪਤ ਕਾਰਜ ਪ੍ਰਣਾਲੀ ਜਦੋਂ ਸਮਾਜ ਵਿੱਚ ਹਾਸਲ ਸਿੱਖਿਆ ਤੇ ਗਿਆਨ ਨਾਲ ਪ੍ਰਭਾਵਿਤ ਹੁੰਦੀ ਹੈ ਤਾਂ ਉਸ ਵਿੱਚ ਤਬਦੀਲੀ ਆਉਂਦੀ ਹੈ। ਇਸ ਤਰ੍ਹਾਂ ਇਹ ਜੀਨਸ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਹਨੂੰ ਮਿਊਟੇਸ਼ਨ ਕਹਿੰਦੇ ਹਨ। ਡਾਰਵਿਨ ਦੀ ਹੋਂਦ ਲਈ ਸੰਘਰਸ਼ ਸਿਧਾਂਤ ਲਈ ਪ੍ਰਤੀਕਿਰਿਆ ਉੱਪਰ ਟਿਕਿਆ ਹੋਇਆ ਹੈ। ਇਸ ਲਈ ਜੋ ਸੁਭਾਅ ਸਾਨੂੰ ਜੀਨਸ ਰਾਹੀਂ ਮਿਲਦੇ ਹੈ ਉਹਨਾਂ ਨੂੰ ਪ੍ਰਕਿਰਤਿਕ ਪ੍ਰਵਿਰਤੀ ਕਹਿੰਦੇ ਆ। ਜਿਸ ਤਰ੍ਹਾਂ ਆਪਾਂ ਜਾਣ ਲਿਆ ਕਿ ਪ੍ਰਕਿਰਤਿਕ ਜਾਂ ਜਮਾਂਦਰੂ ਆਦਤਾਂ ਨੂੰ ਬਦਲਣ ਦਾ ਜਵਾਬ ਵਿੱਚ ਨਹੀਂ ਦਿੱਤਾ ਜਾ ਸਕਦਾ, ਪਰ ਇਹ ਕੁਝ ਮੁਸ਼ਕਲ ਜ਼ਰੂਰ ਹੈ। ਸਿੱਖਿਆ ਤੇ ਧਿਆਨ
ਸਿੱਖਿਆ ਤੇ ਗਿਆਨ ਦੀ ਪ੍ਰਾਪਤੀ ਦੇ ਅਭਿਆਸ ਨਾਲ ਹੀ ਮੁਮਕਿਨ ਹੈ। ਆਪਾਂ ਕਹਿ ਸਕਦੇ ਹਾਂ ਜਿਸ ਤਰ੍ਹਾਂ ਇਹਨਾਂ ਨੂੰ ਇੱਕ ਰੂਪ ਅਖਤਿਆਰ ਕਰਨ 'ਚ ਸਮਾਂ ਲੱਗਦਾ, ਉਸੇ ਤਰ੍ਹਾਂ ਇਹਨੂੰ ਬਦਲਣ ਵਿੱਚ ਕਾਫੀ ਸਮਾਂ ਲੋੜੀਂਦਾ ਹੁੰਦਾ ਹੈ। ਇਹ ਗੱਲ ਕਹਿਣਾ ਕਿ ਇਹ ਤਾਂ ਮਨੁੱਖ ਦਾ ਸੁਭਾਅ ਹੈ, ਇਹ ਨਹੀਂ ਬਦਲ ਸਕਦਾ ਇਹ ਪੂਰੇ ਜੀਵਨ ਲਈ, ਤਾਂ ਸੱਚ ਲੱਗਦਾ ਹੈ। ਜਿਵੇਂ ਕਈ ਲੋਕ ਡਾਰਵਿਨ ਦੇ ਵਿਰੁੱਧ ਆਵਾਜ਼ ਉਠਾਉਂਦੇ ਆ ਕਿ ਬਾਂਦਰ ਤੋਂ ਆਦਮੀ ਬਣਨ ਵਾਲੀ ਗੱਲ ਗਲਤ ਹੈ। ਅਸੀਂ ਤਾਂ ਕੋਈ ਵੀ ਬਾਂਦਰ ਆਦਮੀ ਬਣਦਾ ਹੋਇਆ ਨਹੀਂ ਵੇਖਿਆ। ਦਰਅਸਲ ਵਿਕਾਸ ਦੀ ਚਾਲ ਇੰਨੀ ਹੌਲੀ ਹੁੰਦੀ ਹੈ ਕਿ ਇੱਕ ਜੀਵਨ ਕਾਲ 'ਚ ਤਾਂ ਇਹ ਸਭ ਕੁਝ ਸਾਡੀਆਂ ਅੱਖਾਂ ਸਾਹਮਣੇ ਨਹੀਂ ਆ ਸਕਦਾ। ਦੂਜੀ ਗੱਲ, ਜਿਸ ਤਰ੍ਹਾਂ ਆਪਾਂ ਸਮਝਿਆ ਸੀ ਕਿ ਮੱਛੀਆਂ ਤੋਂ ਡੱਡੂਆਂ ਦਾ ਵਿਕਾਸ ਹੋਇਆ, ਪਰ ਅੱਜ ਮੱਛੀਆਂ ਵੀ ਹਨ ਤੇ ਡੱਡੂ ਵੀ ਹਨ ਜਿਨ੍ਹਾਂ ਨੂੰ ਕਦੇ ਉਹ ਮੁਸ਼ਕਲਾਂ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ, ਜਿਨ੍ਹਾਂ ਨੂੰ ਪ੍ਰਕਿਰਤੀ ਨਾਲ ਸੰਘਰਸ਼ ਹੀ ਨਹੀਂ ਕਰਨਾ ਪਿਆ। ਉਹਨਾਂ ਵਿੱਚ ਤਬਦੀਲੀ ਨਹੀਂ ਆਈ, ਉਹ ਮੱਛੀਆਂ ਹੀ ਰਹੀਆਂ। ਇਸੇ ਤਰ੍ਹਾਂ ਇਹ ਗੱਲ ਵੀ ਦਰੁਸਤ ਹੈ ਕਿ ਅੱਜ ਬਾਂਦਰ ਵੀ ਹਨ ਤੇ ਮਨੁੱਖ ਵੀ। ਬਾਂਦਰ ਤੋਂ ਮਨੁੱਖ ਉਹੀ ਬਣੇ ਹਨ ਜਿਨ੍ਹਾਂ ਨੇ ਆਫਤਾਂ ਝੱਲੀਆਂ, ਉਹਨਾਂ ਆਫਤਾਵਾਂ ਵਿੱਚੋਂ ਸਫਲਤਾਪੂਰਨ ਨਿਕਲੇ, ਉਹਨਾਂ ਤਜਰਬਿਆਂ ਤੋਂ ਕੁਝ ਸਿੱਖਿਆ ਤੇ ਵਿਕਾਸ ਕੀਤਾ। ਵਿਕਾਸ ਦੇ ਤੌਰ ਤੇ ਬਾਅਦ ਇੱਕ ਖਾਸ ਸਮੇਂ ਤੇ ਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੀਆਂ 4 ਚੀਜ਼ਾਂ ਹੁੰਦੀਆਂ ਹਨ। ਪਹਿਲਾ ਵਿਅਕਤੀ, ਵਸਤੂ ਜਾਂ ਪਾਤਰ, ਦੂਸਰਾ ਮੰਤਵ ਜਾਂ ਟੀਚਾ, ਤੀਸਰਾ ਸਾਧਨ ਜਾਂ ਸਹੂਲਤਾਂ ਤੇ ਚੌਥਾ ਸਥਿਤੀ ਜਾਂ ਵਾਤਾਵਰਨ। ਕੋਈ ਵੀ ਵਿਅਕਤੀ ਕਿਸੇ ਮੰਤਵ ਨੂੰ ਮੱਦੇ ਨਜ਼ਰ ਰੱਖ ਕੇ ਮੌਜੂਦਾ ਸਹੂਲਤਾਂ ਰਾਹੀਂ ਇੱਕ ਸਥਿਤੀ 'ਚ ਕਿਰਿਆਸ਼ੀਲ ਹੁੰਦਾ ਹੈ। ਵਿਅਕਤੀ ਦੇ ਮੰਤਵ ਕਾਫੀ ਹੱਦ ਤੱਕ ਬਦਲੇ ਜਾ ਸਕਦੇ ਹਨ। ਸਹੂਲਤਾਂ ਵੀ ਮਨੁੱਖ ਦੇ ਹੱਥ ਹੀ ਹਨ, ਪਰ ਪਰਿਸਥਿਤੀਆਂ ਹੀ ਸਭ ਤੋਂ ਘੱਟ ਬਦਲ ਚਾਹੁੰਦੀ ਹੈ। ਪਰਿਸਥਿਤੀ ਵੀ 2 ਤਰ੍ਹਾਂ ਦੀ ਹੁੰਦੀ ਹੈ। ਇੱਕ ਉਦਾਹਰਣ 17ਵੀਂ ਸਦੀ ਦੀ ਗੱਲ ਹੈ। ਇੱਕ ਮਛੇਰਿਆਂ ਦੀ ਟੋਲੀ ਸੈਰੀਬੀਅਨ ਸਾਗਰ 'ਚ ਆਏ ਤੂਫਾਨ 'ਚ ਰਾਹ ਭੁੱਲ ਗਈ। ਪਾਣ ਪੀਣ ਦਾ ਮਾਲ ਖਤਮ ਹੋਣ ਤੇ ਉਹਨਾਂ ਨੂੰ ਲੱਗਾ ਕਿ ਕਿਨਾਰਾ ਅਜੇ ਦੂਰ ਹੈ, ਗੁਜ਼ਾਰਾ ਕਿਸ ਤਰ੍ਹਾਂ ਹੋਵੇ। ਇੱਕ ਆਦਮੀ ਨੇ ਸੁਝਾਅ ਦਿੱਤਾ ਪਰਚੀਆਂ ਪਾਈਆਂ ਜਾਣ, ਜਿਹਦਾ ਨਾਮ ਨਿਕਲੇ ਉਹ ਆਪਣੇ ਆਪ ਨੂੰ ਦੂਜਿਆਂ ਲਈ ਪੇਸ਼ ਕਰੇ। ਪਰਚੀਆਂ ਪਾਈਆਂ ਗਈਆਂ, ਆਦਮੀ ਨੂੰ ਕੱਟ ਵੱਢ ਕੇ ਸਭ ਨੇ ਖਾਧਾ। 17 ਦਿਨਾਂ ਬਾਅਦ ਕਿਸ਼ਤੀ ਫਰਾਂਸ ਦੇ ਟਾਪੂ ਤੇ ਪਹੁੰਚੀ। ਉੱਥੋਂ ਦੇ ਮੈਜਿਸਟ੍ਰੇਟ ਨੇ ਕੇਸ ਸੇਂਟ ਕਿਟਸ ਟਾਪੂ ਦੇ ਅੰਗਰੇਜ਼ ਜੱਜ ਦੇ ਹਵਾਲੇ ਕਰ ਦਿੱਤਾ। ਕਿਉਂ ਜੋ ਆਦਮੀ ਅੰਗਰੇਜ਼ ਸਨ, ਜੱਜ ਨੇ ਆਦਮੀਆਂ ਨੂੰ ਇਹ ਕਹਿਤਾ ਅਟਲ ਜ਼ਰੂਰਤ ਦੇ ਕਾਰਨ ਜੁਰਮ ਮਾਫ ਕੀਤਾ ਜਾਂਦਾ ਹੈ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨੂੰ ਨਿਯਮ ਮੰਨ ਲਿਆ ਜਾਏ ਕਿ ਕਿਸੇ ਵੀ ਦਬਾਅਪੂਰਨ ਸਥਿਤੀ 'ਚ ਆ ਕੇ ਸਮਾਜ ਦੀਆਂ ਕਿਸੇ ਵੀ ਮਜ਼ਬੂਤ ਤੋਂ ਮਜ਼ਬੂਤ ਕਦਰਾਂ ਕੀਮਤਾਂ ਨੂੰ ਤੋੜਿਆ ਜਾ ਸਕਦਾ ਹੈ, ਪਰ ਇਹਨੂੰ ਸਿਧਾਂਤ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਕੋਈ ਵੀ ਮਨੁੱਖ ਆਪਣੇ ਹਿੱਤ ਨੂੰ ਸਾਹਮਣੇ ਰੱਖ ਕੇ ਸਥਿਤੀ ਨੂੰ ਆਪਣੇ ਹਿੱਤ 'ਚ ਵਰਤ ਸਕਦਾ ਹੈ। ਇਤਿਹਾਸ ਆਪਣੇ ਸਾਹਮਣੇ ਹੈ, ਜਦੋਂ ਇੱਕ ਵਰਗ ਨੇ ਇਸੇ ਤਰ੍ਹਾਂ ਹੀ ਦੂਜੇ ਵਰਗ ਤੇ ਸ਼ੋਸ਼ਣ ਕੀਤਾ। ਇਸ ਤਰ੍ਹਾਂ ਇੱਕ ਤਾਂ ਉਹ ਸਥਿਤੀ ਹੈ ਜੋ ਕਿ ਆਪਾਂ ਪੈਦਾ ਕਰਦੇ ਹਾਂ, ਤੇ ਦੂਜੀ ਹੈ ਜੋ ਕਿ ਬਣੀ ਬਣਾਈ ਹੁੰਦੀ ਹੈ। ਅਸੀਂ ਸਾਰੀ ਗੱਲ ਦਾ ਸਿੱਟਾ ਇਹ ਕੱਢ ਸਕਦੇ ਹਾਂ ਕਿ ਮਨੁੱਖ ਸ਼ੁਰੂ 'ਚ ਇਕੱਲਾ ਸੀ, ਜੰਗਲਾਂ 'ਚ ਜਾਨਵਰਾਂ ਤਰ੍ਹਾਂ ਹੀ ਰਹਿੰਦਾ ਸੀ। ਉਹਦਾ ਖਾਣ ਪੀਣ, ਰਹਿਣ ਸਹਿਣ ਵੀ ਜਾਨਵਰਾਂ ਤਰ੍ਹਾਂ ਸੀ, ਤੇ ਜੇ ਮਨੁੱਖ ਦੂਜੇ ਮਨੁੱਖ ਨੂੰ ਮਿਲਦਾ ਵੀ ਸੀ ਤਾਂ ਸਿਰਫ ਪ੍ਰਜਨਨ ਕਿਰਿਆ ਲਈ। ਆਪਾਂ ਜਾਣਦੇ ਹਾਂ ਕਿ ਆਦਮੀ ਨੂੰ ਜਾਨਵਰਾਂ ਤੋਂ ਅੱਡ ਕਰਨ ਵਾਲੀ ਲਕੀਰ ਹੈ ਪੈਦਾਵਾਰ। ਜਦੋਂ ਪੈਦਾਵਾਰ ਸ਼ੁਰੂ ਕੀਤੀ ਤਾਂ ਮਿਲ ਕੇ ਰਹਿਣ ਲੱਗਿਆ। ਇਸ ਤਰ੍ਹਾਂ ਪਰਿਵਾਰ ਤੇ ਕਬੀਲੇ ਹੋਂਦ 'ਚ ਆਏ। ਇਸ ਤਰ੍ਹਾਂ ਮਨੁੱਖ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਸੀ, ਸੰਭੋਗ ਤੋਂ ਆਰਥਿਕਤਾ ਤੱਕ। ਜਦੋਂ 2 ਜਾਂ ਵੱਧ ਕਬੀਲਿਆਂ ਨੇ ਆਪਸੀ ਵਿਹਾਰ ਸ਼ੁਰੂ ਕੀਤੇ, ਵਿਆਹ ਦੇ ਸਬੰਧ, ਆਪਸੀ ਮੇਲ ਮਿਲਾਪ, ਸਹਿਯੋਗ, ਆਰਥਿਕਤਾ ਦੀ ਸਾਂਝ ਲਈ ਉੱਠਣ ਬੈਠਣ ਦੇ ਹੀਲੇ ਕੀਤੇ, ਤਾਂ ਇੱਕ ਸਦਾਚਾਰਕ ਨਾਤਾ ਜਿਹਾ ਬਣਿਆ। ਇਸ ਤਰ੍ਹਾਂ ਸਮਾਜ ਦਾ ਤਾਣਾ ਬਾਣਾ ਜੁੜਦਾ ਗਿਆ। ਵੱਖ-ਵੱਖ ਸੰਸਥਾਵਾਂ ਹੋਂਦ 'ਚ ਆਈਆਂ, ਜਿਵੇਂ ਸਕੂਲ, ਕਾਲਜ, ਦਫ਼ਤਰ, ਕਾਰਖਾਨੇ, ਕਲੱਬ, ਸਵੈ ਸੇਵੀ ਸੰਸਥਾਵਾਂ ਆਦਿ, ਤਾਂ ਜੋ ਸਮਾਜ ਦਾ ਕਾਰਜ ਸੁਚਾਰੂ ਤਰੀਕੇ ਨਾਲ ਚੱਲ ਸਕੇ। ਹੌਲੀ-ਹੌਲੀ ਸਮਾਜ ਦੀ ਬਣਤਰ ਗੁੰਝਲਦਾਰ ਹੁੰਦੀ ਗਈ। ਮਨੁੱਖ ਨੇ ਮਨ ਦੇ ਧਰਾਤਲ ਤੇ ਜਿਉਣਾ ਸ਼ੁਰੂ ਕੀਤਾ, ਇੱਕੋ ਵਾਰੀ ਕਈ ਰੂਪਾਂ 'ਚ ਜਿਉਣਾ। ਸਥੂਲ ਤੋਂ ਸੂਖਮ ਵੱਲ ਵਿਕਾਸ ਅੱਜ ਵੀ ਜਾਰੀ ਹੈ। ਇਸ ਤਰ੍ਹਾਂ ਮਨੁੱਖ ਦਾ ਸੁਭਾਅ, ਦੀ ਕਾਰਜ ਕਿਰਿਆ ਸਮਾਜ ਦੇ ਨਾਲ ਬਦਲਦੀ ਰਹੀ, ਵਿਕਸਿਤ ਹੁੰਦੀ ਰਹੀ। ਸਮਾਜ ਸਥੂਲ ਤੋਂ ਸੂਖਮ 'ਚ ਤਬਦੀਲ ਹੁੰਦਾ ਗਿਆ। ਇਸੇ ਤਰ੍ਹਾਂ ਹੀ ਮਨੁੱਖ ਦਾ ਸੁਭਾਅ ਵੀ ਸੂਖਮ ਤੋਂ ਸੂਖਮ ਹੁੰਦਾ ਗਿਆ। ਅਹਿਮਦ ਨਦੀਮ ਕਾਜ਼ਮੀ ਦਾ ਸ਼ੇਰ ਹੈ, ਮੁਨਸਫੋ ਕੁਛ ਤੋ ਕਰੋ ਕਿਉਂ ਸਰੇ ਬਾਜ਼ਾਰ ਹਯਾਤ, ਮੁਝਕੋ ਅਹਿਸਾਸ ਨੇ ਸੂਲੀ पे ਚੜ੍ਹਾ ਰੱਖਾ ਹੈ। ਤੇ ਅਹਿਸਾਸ ਰਾਹੀਂ ਸੂਲੀ ਦੀ ਸਜ਼ਾ ਵਰਤਮਾਨ ਹਾਲਤ ਦਾ ਨਤੀਜਾ ਹੈ। ਧੰਨਵਾਦ।